ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਆਪ ਜੀ ਦੇ ਸਮਕਸ਼ ਭੇਟ ਕਰਾਂ। ਪੇਸ਼ਤਰ ਸਨੇਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਇਤਿਹਾਸਕ ਗ੍ਰੰਥ ਜਨਮ ਸਾਖੀ, ਜਿਸਨੂੰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪੈੜੇ ਮੌਖੇ ਦੇ ਰਾਹੀਂ ਲਿਖਵਾਇਆ ਸੀ। ਗੁਰੂ ਨਾਨਕ ਦਾ ਇਤਿਹਾਸ ਦੱਸਣ ਵਾਲੇ ਸਨ ਬਾਈ ਬਾਲਾ। ਸਾਖੀ ਦਾ ਮਤਲਬ ਹੈ ਸਾਖੀ, ਗਵਾਹੀ। ਹਿੰਦੀ ਦਾ ਸ਼ਬਦ ਹੈ ਸੰਸਕ੍ਰਿਤ ਦਾ ਸਾਖੀ। ਪੰਜਾਬੀ 'ਚ ਅਸੀਂ ਕਹਿੰਦੇ ਹਾਂ ਸਾਖੀ। ਤੇਰਾ ਕੌਣ ਸਾਖੀ ਹੈ? ਬਾਓ ਗਵਾਹ ਕੌਣ ਹੈ? ਉਸ ਗ੍ਰੰਥ ਦਾ ਪੂਰਨ ਨਾਮ ਤੇ ਇਹ ਹੈ, ਜਨਮ ਕਥਾ ਗੁਰੂ ਨਾਨਕ ਸਾਖੀ ਭਾਈ ਬਾਲਾ। ਗੁਰੂ ਨਾਨਕ ਦਾ ਜੀਵਨ ਇਤਿਹਾਸ, ਪਰ ਸਾਖੀ ਕੌਣ ਹੈ? ਗਵਾਹ ਕੌਣ ਹੈ? ਭਾਈ ਬਾਲਾ। ਕਿਉਂਕਿ ਉਹ ਨਾਲ ਸੀ। ਮਰਦਾਨਾ ਅਰਬ ਦੇਸ਼ਾਂ ਤੋਂ ਵਾਪਸੀ ਤੇ ਬਸਰੇ ਦੇ ਕੋਲੋਂ ਸ਼ਤੁਲ ਅਰਬ ਨੂੰ ਪਾਰ ਕਰਦਿਆਂ ਖੁਰਮ ਦੇ ਚਲਾਣਾ ਕਰ ਗਿਆ ਸੀ, ਈਰਾਨ ਦੇ ਸ਼ਹਿਰ। ਮਰਦਾਨਾ ਸਤਿਗੁਰਾਂ ਦੇ ਨਾਲ ਵਾਪਸ ਨਹੀਂ ਗਿਆ ਸੀ। ਉਹ ਰਸਤੇ 'ਚ ਹੀ ਦਮ ਤੋੜ ਗਏ। ਕਹਿੰਦੇ ਨੇ ਕਿਸੇ ਵਕਤ ਖੁਰਮ ਸ਼ਹਿਰ ਦੇ ਯਾਦਗਾਰ ਵੀ ਸੀ, ਅੱਜ ਨਹੀਂ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਰਾ ਇਤਿਹਾਸ ਭਾਈ ਬਾਲੇ ਨੇ ਦੱਸਿਆ। ਲਿਖਦੇ ਰਹੇ ਪੇੜਾ ਮੌਖਾ, ਲਿਖਵਾਉਂਦੇ ਰਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਦੱਸਦੇ ਰਹੇ ਭਾਈ ਬਾਲਾ। तो उस पहले इतिहासक ग्रंथ का नाम पै गया जन्म कथा गुरु नानक साखी भाई बाला। छोटा नाम प्रचलित हो गया जन्म साखी भाई बाला। साखी तो मुराद गवाह, साखी तो मुराद दसन वाला। तो उस जन्म साखी दे धन गुरु नानक देव जी महाराज उत्ते शेख शरफ सूफी फकीर दा पोतरा प्रश्न करदा है, फकीरी चीस्त, फकीरी किसनों कहते हैं? संतपना की है? पैगंबर किसनों कहते हैं? अवतार किसनों कहते हैं? पूरन संत किसनों कहते हैं? फकीरी चीस्त। ये सिर्फ दो शब्दों दे दो बोलों दे इतना वड्डा सवाल। फकीरी चीस्त, फकीरी क्या है? संतपना की है? गुरु नानक देव जी महाराज जवाब देंदे ने, इब्तदाए फकीरी फना अस्त, इंतहाए फकीरी बकास्त। किसे उच्चे आदर्श लई अपने आप नूं निछावर कर देना, कुर्बान कर देना, मिटा देना और हमेशा लई अमर तत्त दी प्राप्ति कर लेना, बस इसे नूं फकीरी कहंदे। यही संतपना है। इस सवाल जवाब मैं फिर थोड़े सामने रखा जन्म साखी च ने। फकीरी चीस्त, फकीरी की है? फकीर किसनों कहते हैं? संत किसनों कहते हैं? उस दिन भी मैं अर्ज की सी, संत दिखाई देना एक श्रृंगार है, संत हो जाना एक तपस्या है, मेहनत है, कठोर मेहनत है। संत दिखाई दे जाना ते संत नहीं है,
ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮੁਰਦਾ ਸ਼ਿੰਗਾਰਿਆ ਹੋਇਆ, ਹੋਰ ਕੁਝ ਵੀ ਨਹੀਂ ਹੈ। ਨਾਮ ਬਿਨਾ ਜੇਤਾ ਵਿਵਹਾਰ, ਜੋ ਮਿਰਤਕ ਮਿਥਿਆ ਸ਼ਿੰਗਾਰ। ਇਹ ਮੁਰਦੇ ਨੂੰ ਸ਼ਿੰਗਾਰਿਆ ਗਿਆ। ਧਾਰਮਿਕ ਲਿਬਾਸ ਤੇ ਹੈ, ਧਾਰਮਿਕ ਜੀਵਨ ਨਹੀਂ ਹੈ, ਧਾਰਮਿਕ ਜ਼ਿੰਦਗੀ ਨਹੀਂ ਹੈ, ਸਿਰਫ ਲਿਬਾਸ ਹੀ ਲਿਬਾਸ। ਫਕੀਰੀ ਚੀਸਤ, ਫਕੀਰੀ ਕਿਸ ਨੂੰ ਕਹਿੰਦੇ ਨੇ? ਇਬਤਦਾਏ ਫਕੀਰੀ ਫਨਾਸਤ, ਇੰਤਹਾਏ ਫਕੀਰੀ ਬਕਾਸਤ। ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ, ਮਿਟਾ ਦੇਣਾ, ਔਰ ਹਮੇਸ਼ਾ ਲਈ ਅਮਰ ਤਤ ਦੀ ਪ੍ਰਾਪਤੀ ਕਰ ਲੈਣੀ, ਬਸ ਇਸ ਨੂੰ ਫਕੀਰੀ ਕਹਿੰਦੇ ਨੇ। ਗੁਰੂ ਨਾਨਕ ਦੇ ਪੰਜਵੇਂ ਸਰੂਪ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਰਾਹੀਂ ਇਹ ਅਰਥ ਸਾਹਮਣੇ ਰੱਖ ਦਿੱਤੇ ਨੇ। ਕਹਿੰਦੇ ਨੇ ਮਨੁੱਖ ਨੂੰ 3 ਘਟਨਾਵਾਂ ਤੋਂ ਗੁਜ਼ਰਨਾ ਪੈਂਦਾ: ਜਨਮ, ਜੀਵਨ, ਮਰਨ। ਜਨਮ ਹੋਇਆ ਹੋਵੇਗਾ, ਜੀ ਰਿਹਾ ਹੋਵੇਗਾ, ਮਰ ਗਿਆ ਹੋਵੇਗਾ। ਇਹਨਾਂ 3 ਅਵਸਥਾਵਾਂ ਤੋਂ ਹਰ ਇੱਕ ਨੂੰ ਲੰਘਣਾ ਪੈਂਦਾ ਹੈ। ਜਨਮ, ਜੀਵਨ, ਮਰਨ। ਦੁਨੀਆ ਦੇ ਵਿੱਚ ਕੁਝ ਐਸੇ ਪੁਰਸ਼ ਨੇ, ਇਤਿਹਾਸਕਾਰਾਂ ਨੇ ਉਹਨਾਂ ਦੇ ਜੀਵਨ ਦੀ ਕਥਾ ਨੂੰ ਲਿਖਿਆ ਹੈ। ਜਨਮ ਕਿੱਥੇ ਹੋਇਆ ਸੀ, ਮਾਂ-ਬਾਪ ਕੌਣ ਸਨ, ਇਹ ਵੀ ਨਹੀਂ ਪਤਾ। ਬਹੁਤ ਸਾਰੇ ਭਗਤਾਂ ਦਾ ਜੀਵਨ, ਬਹੁਤ ਸਾਰੇ ਕ੍ਰਾਂਤੀਕਾਰੀਆਂ ਦਾ ਜੀਵਨ ਲਿਖਣ ਵਾਲਿਆਂ ਨੇ, ਇਤਿਹਾਸਕਾਰਾਂ ਨੂੰ ਪਤਾ ਵੀ ਨਹੀਂ ਚੱਲ ਸਕਿਆ ਉਹਨਾਂ ਦੇ ਮਾਂ-ਬਾਪ ਕੌਣ ਸਨ। ਜਨਮ ਕਿੱਥੇ ਹੋਇਆ ਸੀ, ਕਦੋਂ ਹੋਇਆ ਸੀ, ਜਨਮ ਦੀ ਕੋਈ ਛਾਪ ਨਹੀਂ ਹੈ, ਇਤਿਹਾਸ ਦੇ ਜੀਵਨ ਦੀ ਛਾਪ ਹੈ। ਜੋ ਕੁਛ ਉਹ ਕਰਦੇ ਰਹੇ, ਉਸ ਨਾਲ ਜਗਤ ਨੂੰ ਕੁਛ ਮਿਲਿਆ। तो इतिहासकारां ने जीवन की फिक्र की थी, जन्म दी नहीं। फिर कुछ ऐसे ने जिन्हां दा मरना बड़ा महान सी, उन्हां दी मौत कुछ दे गई, उन्हां दी मौत दे नाल कुछ क्रांति हुई, उन्हां दा मरना जगत दी झोली दे कुछ पा गया। तो इतिहासकारां ने उन्हां दी मौत बारे बड़ा लिखा है। जैसे मैं देखदा शहीद भगत सिंह दी समाध ते हर साल मेला लगदा है फिरोजपुर दे विच। करीबन 1.5-2 लाख बंदे इकट्ठे होंदे ने। पंजाब दी सारी मिनिस्ट्री ते पहुंचदी है, सेंट्रल तो भी पहुंचते हैं मिनिस्टर, फुल भेंट करने वास्ते, फुल माला चढ़ाण वास्ते। दरअसल उस पुरुष का मरना इतना महान सी, कुछ दे गया, उसकी मौत कुछ दे गई। उसकी मौत जगत वासियों की झोली च कुछ पा गई। तो इतिहासकारां ने उसकी मौत नूं लिया है, बरसी मनाते ने, उस दिन दुनिया इकट्ठी होंदी है। इतिहास दे कोई लंबा चौड़ा ये जिक्र नहीं, कदों जमिया, कौन माँ बाप सन, किस शहर दे जमिया, कोई जन्म कथा नहीं है, मरण कथा है। तो किसी का मरना इतना महान होंदा है कि कलम दे धनियां नूं, दिमाग दे धनियां नूं उन्हां दे उत्ते कुछ लिखना पैंदा है, मेहनत करनी पैंदी। कईयां दा मरना ते आम साधारण होंदा है, चलो हुण जी कोई ताप बुखार एक्सीडेंट होया, चले गए, शरीर गया। लेकिन जीवन महान होंदा है, उन्हां दी जिंदगी कुछ दे जाती है। तो फिर कलम दे धनी उन्हां दे जीवन बारे लिखते हैं। संसार दे इतिहास दे
ਹਜ਼ਾਰਾਂ ਸਾਲ ਉਡੀਕ ਕਰਨ ਤੋਂ ਬਾਅਦ ਕਦੀ ਕਦਾਈ ਕੋਈ ਐਸੀ ਆਤਮਾ ਵੀ ਜਨਮ ਲੈਂਦੀ ਏ ਜਿਹਦਾ ਜਨਮ ਵੀ ਕ੍ਰਾਂਤੀ ਕਰਦਾ ਹੈ, ਜਿਹਦਾ ਜਨਮ ਵੀ ਆਪਣੀ ਛਾਪ ਲਾਉਂਦਾ ਹੈ। ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਕਹਿੰਦੇ ਨੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਆ। ਕੋਈ ਜੀਵਨ ਦੇ ਸਾਧਨਾ ਕਰਕੇ ਬ੍ਰਹਮ ਗਿਆਨੀ ਹੋਇਆ ਹੋਵੇਗਾ, ਤੁਸੀਂ ਜਨਮ ਤੋਂ ਬ੍ਰਹਮ ਗਿਆਨੀ ਆ। ਕੋਈ ਬੜੀ ਸਾਧਨਾ ਕਰ ਕਰਕੇ ਸੰਤ ਬਣਿਆ ਹੋਵੇਗਾ, ਤੁਸੀਂ ਜਨਮ ਤੋਂ ਸੰਤ ਹੋ। ਕੋਈ ਮਿਹਨਤ ਕਰ ਕਰਕੇ ਰੱਬ ਨਾਲ ਜੁੜਿਆ ਹੋਵੇਗਾ, ਤੁਸੀਂ ਜਨਮ ਤੋਂ ਹੀ ਜੁੜੇ ਹੋਇਆ, ਤੁਸੀਂ ਜਨਮ ਤੋਂ ਮਹਾਨ ਹੋ। ਔਰ ਇਸ ਦਾ ਇਤਿਹਾਸਕ ਸਬੂਤ ਮਿਲਦਾ ਹੈ। 2-2.5 ਸਾਲ ਦੀ ਉਮਰ ਤੇ ਕੁਛ ਨਹੀਂ ਆਉਂਦੀ। ਮਹਾਰਾਜ ਗੁਰੂ ਅਰਜਨ ਦੇਵ ਜੀ, ਬਾਲਕ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜ੍ਹਨ ਦੀ ਕੋਸ਼ਿਸ਼ ਪਏ ਕਰਦੇ ਸਨ। ਵੱਜੇ ਹੋਏ ਆਏ ਮਾਤਾ ਭਾਨੀ ਜੀ, ਔਰ ਡਾਂਟ ਦੇ ਲਹਿਜੇ ਵਿੱਚ ਆਖਿਆ, ਇਹ ਸਤਿਗੁਰਾਂ ਦਾ ਸਿੰਘਾਸਣ ਹੈ, ਇਹ ਗੁਰੂ ਨਾਨਕ ਦੀ ਗੱਦੀ ਹੈ, ਇਸ ਤੇ ਤੀਜੇ ਗੁਰੂ ਨਾਨਕ ਬਿਰਾਜਮਾਨ ਹੁੰਦੇ ਨੇ, ਤੁਸੀਂ ਆਇੰਦਾ ਚੜ੍ਹਨ ਦੀ ਕੋਸ਼ਿਸ਼ ਨਾ ਕਰਨਾ। ਮਾਤਾ ਭਾਨੀ ਜੀ ਆ ਗਏ। ਇਸ ਤਰ੍ਹਾਂ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਡਾਂਟਦਿਆਂ ਹੋਇਆ, ਆਪਣੇ ਬੱਚੇ ਨੂੰ ਡਾਂਟਦਿਆਂ ਹੋਇਆ ਐਸਾ ਆਖਿਆ ਜਦੋਂ ਚੜ੍ਹ ਰਹੇ ਸਨ। ਮੁਸਕਰਾਉਂਦੇ ਹੋਏ ਗੁਰੂ ਅਮਰਦਾਸ ਜੀ ਮਹਾਰਾਜ ਵੀ ਆ ਗਏ। ਗੋਬਿੰਦਵਾਲ ਦੀ ਇਹ ਘਟਨਾ ਹੈ। ਇੱਕਦਮ ਭਾਨੀ ਜੀ ਕੋਲੋਂ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਸਿੰਘਾਸਣ ਤੇ ਬਿਠਾ ਦਿੱਤਾ ਔਰ ਉੱਚੀ ਸੁਰ ਦੇ ਚ ਆਖਿਆ, ਦੋਤਾ ਬਾਣੀ ਕਾ ਬਹੁਤਾ। ਇਹ ਦੋਤਰਾ ਹੈ ਮੇਰਾ, ਇਹ ਬਾਣੀ ਦਾ ਜਹਾਜ਼ ਹੈ। ਹਜ਼ਾਰਾਂ ਸਾਲ ਤੱਕ ਦੁਨੀਆ ਇਸ ਜਹਾਜ਼ ਦੇ ਚ ਬੈਠ ਕੇ ਸੰਸਾਰ ਤੋਂ ਪਾਰ ਹੁੰਦੀ ਰਹੇਗੀ। ਜਨਮ, ਜੀਵਨ, ਮਰਨ ਤਿੰਨੇ ਮਹਾਨ ਕਿਸੇ ਦੇ ਨਹੀਂ ਹੁੰਦੇ। ਕਿਸੇ ਦਾ ਜਨਮ ਕੋਈ ਘਟਨਾਕਾਰੀ ਹੁੰਦਾ ਹੈ, ਕਿਸੇ ਦਾ ਮਰਨ, ਕਿਸੇ ਦਾ ਜੀਵਨ। ਇੱਕ ਐਸੀ ਆਤਮਾ ਜਿਸ ਦਾ ਜੀਵਨ ਵੀ ਜਗਤ ਨੂੰ ਕੁਝ ਦੇ ਰਿਹਾ ਹੈ, ਜਿਸ ਦੇ ਜਨਮ ਨੇ ਵੀ ਫਿਜ਼ਾ ਨੂੰ ਮੁਅੱਤਰ ਕੀਤਾ, ਬਦਲਿਆ, ਕ੍ਰਾਂਤੀ ਲਿਆਂਦੀ, ਪਰ ਜਿਸ ਦੀ ਮੌਤ ਨੇ ਵੀ ਬੜਾ ਭਾਰੀ ਜੋ ਹੈ ਕ੍ਰਾਂਤੀਕਾਰੀ ਨਜ਼ਾਰਾ ਪੇਸ਼ ਕੀਤਾ। ਹੁਣ ਮੈਂ ਅਰਜ਼ ਕਰਾਂ, ਬਾਹਰ ਦੀ ਜਿਹੜੀ ਤਾਕਤ ਹੈ, ਸ਼ਕਤੀ ਹੈ, ਇਹਨੂੰ ਸਤਾ ਕਹਿੰਦੇ ਨੇ। ਸਤਾ, ਇਹ ਸਤਾ ਕਈ ਤਰ੍ਹਾਂ ਦੀ ਹੁੰਦੀ ਹੈ। ਇਹ ਤਾਣ ਕਈ ਤਰ੍ਹਾਂ ਦਾ ਹੁੰਦਾ ਹੈ। ਔਰ ਇਤਨੀ ਗੱਲ ਸਪਸ਼ਟ ਹੈ, ਜਿਹਦੇ ਕੋਲ ਤਾਣ ਨਹੀਂ ਉਹਦੇ ਕੋਲ ਮਾਣ ਵੀ ਨਹੀਂ ਹੁੰਦਾ। ਨਿਤਾਣਾ ਨਿਮਾਣਾ ਹੁੰਦਾ ਹੈ, ਬਗੌਰ ਮੁਤਾਲਾ ਕਰਨਾ। ਨਿਤਾਣਾ ਮਨੁੱਖ ਨਿਮਾਣਾ ਹੁੰਦਾ ਹੈ, ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਦੇਸ਼ ਨਿਮਾਣਾ ਹੁੰਦਾ ਹੈ। ਤਾਣ ਦੇ ਆਲੇ ਦੁਆਲੇ ਮਾਣ ਪਰਕਰਮਾ ਕਰਦਾ ਹੈ। ਜਿੱਥੇ ਤਾਣ ਹੋਵੇਗਾ ਮਾਣ ਹੋਵੇਗਾ, ਲਾਜ਼ਮੀ ਹੋਵੇਗਾ। ਤਾਣ ਮਾਣ ਦੋਵੇਂ ਇਕੱਠੇ ਰਹਿੰਦੇ ਨੇ। ਅਗਰ ਕਿਸੇ ਦਾ ਕੋਈ ਮਾਣ ਸਨਮਾਨ ਹੈ ਤਾਂ ਕੋਈ ਤਾਣ ਹੋਵੇਗਾ। ਬਿਨਾਂ ਤਾਣ ਤੋਂ ਮਾਣ ਨਹੀਂ ਹੁੰਦਾ। ਮੈਂ ਇੱਕ ਦਫਾ ਫਿਰ ਦੁਹਰਾ ਦਿਆਂ, ਨਿਤਾਣਾ ਨਿਮਾਣਾ ਹੁੰਦਾ ਹੈ, ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਦੇਸ਼ ਨਿਮਾਣਾ ਹੁੰਦਾ ਹੈ। ਕੁਛ ਇਤਿਹਾਸਕਾਰ ਤੇ ਇਸ ਤਰ੍ਹਾਂ ਕਹਿੰਦੇ ਨੇ, ਕਮਜ਼ੋਰ ਮੁਰਦਾ ਹੁੰਦਾ ਹੈ, ਮੁਰਦਾ ਹੁੰਦਾ ਹੈ, ਚਲਦੀ ਫਿਰਦੀ ਲਾਸ਼ ਹੁੰਦਾ ਹੈ, ਔਰ ਕੁਛ ਵੀ ਨਹੀਂ ਹੈ। ਕਮਜ਼ੋਰ ਦਾ ਜੀਵਨ ਕੋਈ ਜੀਵਨ ਨਹੀਂ ਹੈ। ਹੁਣ ਮੈਂ ਅਰਜ਼ ਕਰਾਂ, ਵਿਦਵਾਨਾਂ ਨੇ, ਖਾਸ ਕਰਕੇ ਚਾਣਕ ਰਿਸ਼ੀ ਨੇ, ਸ਼ਾਇਦ ਆਪ ਨੂੰ ਪਤਾ ਹੋਵੇ, ਭਾਰਤ ਵਿੱਚ 3 ਸੰਤ ਐਸੇ ਵੀ ਹੋਏ ਨੇ ਜਿਨ੍ਹਾਂ ਨੇ ਰਾਜਨੀਤੀ ਤੇ ਗ੍ਰੰਥ ਲਿਖੇ ਨੇ।
ਰਾਜਾ ਬਿਕਰਮਾਜੀਤ ਦੇ ਸਮੇਂ ਤੇ ਜੋ ਰਾਜਾ ਬਿਕਰਮਾਜੀਤ ਦਾ ਗੁਰੂ ਸੀ ਚਾਣਕ, ਉਹਨੇ ਰਾਜਨੀਤੀ ਤੇ ਗ੍ਰੰਥ ਲਿਖਿਆ ਹੈ, ਉਹਨੂੰ ਚਾਣਕ ਨੀਤੀ ਦਰਪਣ ਕਹਿੰਦੇ ਨੇ। ਭਾਰਤ ਵਿੱਚ ਹਰ ਰੇਲਵੇ ਬੁੱਕ ਸਟਾਲ ਤੇ ਮਿਲਦਾ ਹੈ, ਬਹੁਤ ਪੜ੍ਹਿਆ ਜਾਂਦਾ ਹੈ ਅੱਜ ਕੱਲ੍ਹ ਇਹ। ਦੂਸਰਾ ਹੋਇਆ ਧਰਤਰਾਸ਼ ਦਾ ਸਲਾਹਕਾਰ। ਦੁਰਯੋਧਨ ਦਾ ਪਿਤਾ ਧਰਤਰਾਸ਼ਟਰ ਰਾਜਾ ਸੀ, ਸਲਾਹਕਾਰ ਸੀ ਉਸਦਾ ਬਿਦਰ। ਇਹਦਾ ਵੀ ਗ੍ਰੰਥ ਮਿਲਦਾ, ਇਹਨੂੰ ਬਿਦਰ ਨੀਤੀ ਦਰਪਣ ਕਹਿੰਦੇ ਨੇ। ਅੱਜ ਕੱਲ੍ਹ ਇਹ ਵੀ ਕਾਫੀ ਪੜ੍ਹਿਆ ਜਾਂਦਾ ਹੈ। ਤੀਸਰਾ ਰਾਜਨੀਤੀ ਦੇ ਉੱਤੇ ਗ੍ਰੰਥ ਲਿਖਿਆ ਹੈ ਭਰਤਰੀ ਨੇ। ਇਹ ਰਾਜੇ ਬਿਕਰਮਾਜੀਤ ਦਾ ਛੋਟਾ ਭਰਾ ਸੀ। ਭਾਰਤ ਦੇ ਜਿਹੜਾ ਸੰਮਤ ਚੱਲਦਾ ਹੈ ਉਹਨੂੰ ਬਿਕਰਮੀ ਸੰਮਤ ਕਹਿੰਦੇ ਨੇ, ਰਾਜੇ ਬਿਕਰਮਾਜੀਤ ਨਾਲ ਜੁੜਿਆ ਹੈ। ਗੁਰੂ ਗ੍ਰੰਥ ਸਾਹਿਬ ਦੇ 'ਚ ਵੀ ਜਿਹੜੇ ਹਵਾਲੇ ਮਿਲਦੇ ਨੇ ਉਹ ਬਿਕਰਮੀ ਸੰਮਤ ਦੇ ਨੇ। ਆਨ 78 ਜਾਨ 97 ਹੋਰ ਵੀ ਉੱਠਸੀ ਮਰਤ ਕਾ ਚੇਲਾ, ਇਹ ਬਿਕਰਮੀ ਸੰਮਤ ਹੈ, ਈਸਵੀ ਸੰਮਤ ਨਹੀਂ ਹੈ, ਲੰਘ ਗਿਆ। ਤੇ ਜਿਹੜਾ 12ਵਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਹੈ ਨਾ, ਬਿਕਰਮੀ ਸੰਮਤ ਚੇਤਰ ਤੋਂ ਸ਼ੁਰੂ ਹੁੰਦਾ ਹੈ, ਚੇਤ ਤੋਂ। तो ये 12ਵਾਂ भी बिकमी संमत नाल संबंधित है, ईसवी नाल नहीं। ईसवी संमत ते जनवरी तो शुरू होता है ना, बिकमी संमत चेत तो शुरू होता है, उदों अंदाजन मार्च का महीना होता है। धन गुरु ग्रंथ साहब जी महाराज दे 2 12वां ने। गुरु नानक देव जी महाराज का तुखारी राग दे, गुरु अर्जन देव जी महाराज का ਮਾਜ ਰਾਗ ਦੇ 'ਚ, ਦੋਵੇਂ ਬਿਕਰਮੀ ਸੰਮਤ ਦੇ ਮੁਤਾਬਕ ਚੇਤ ਤੋਂ ਆਰੰਭ ਹੁੰਦੇ ਨੇ। ਚੇਤ ਗੋਬਿੰਦ ਆਰਾਧੀਏ ਹੋਵੇ ਆਨੰਦ ਖਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਆਪਣੀ ਲਿਖਤਾਂ ਦੇ 'ਚ ਬਿਕਰਮੀ ਸੰਮਤ ਨੂੰ ਵਰਤਿਆ। ਸੰਮਤ 17 ਸਹਿਸ ਬੜੀਜੇ, ਅਰਧ ਸੈਨ ਪੁਤੀਨ ਕਹੀਜੇ, ਭਾਦਰੋ ਸੁਦੀ ਅਸ਼ਟਮੀ ਰਵਾਰਾ। ਇਹ ਸਾਰਾ ਜਿਹੜੀ ਗਿਣਤੀ ਹੈ ਬਿਕਰਮੀ ਸੰਮਤ ਦੀ ਹੈ। ਚਾਣਕ, ਬਿਦਰ ਤੇ ਭਰਤਰੀ ਨੇ ਰਾਜਨੀਤੀ ਤੇ ਗ੍ਰੰਥ ਲਿਖੇ ਨੇ। ਇਹਨਾਂ ਤਿੰਨਾਂ ਮਹਾਂਪੁਰਸ਼ਾਂ ਨੇ ਦੱਸਿਆ ਹੈ ਮਾਣ ਉੱਥੇ ਹੀ ਪਰਿਕਰਮਾ ਕਰਦਾ ਜਿੱਥੇ ਤਾਣ ਹੋਵੇ। ਤਾਣ ਹੀ ਨਹੀਂ ਤੇ ਮਾਣ ਕਿਹੜੀ ਗੱਲ ਦਾ। ਤਾਣ ਤੋਂ ਬਿਨਾ ਮਾਣ ਹੁੰਦਾ ਹੀ ਨਹੀਂ। ਅਗਰ ਕੋਈ ਮੰਗਦਾ ਹੈ ਤੇ ਮੂੰਹ ਰੱਖਦਾ ਹੈ, ਤੇ ਜਿੱਥੇ ਤਾਣ ਹੈ ਮਾਣ ਮੰਗਣ ਦੀ ਲੋੜ ਨਹੀਂ। ਮਾਣ ਆਪੇ ਹੀ ਪਰਿਕਰਮਾ ਕਰਦਾ ਹੈ, ਆਪੇ ਹੀ ਪਰਿਕਰਮਾ ਕਰਦਾ ਹੈ। ਇਸ ਤਾਣ ਨੂੰ ਕਈ ਹਿੱਸਿਆਂ ਦੇ 'ਚ ਵੰਡਿਆ ਹੈ। ਧਨ ਦਾ ਤਾਣ, ਸਰੀਰਕ ਤਾਣ, ਬੌਧਿਕ ਤਾਣ, ਰਾਜਨੀਤਿਕ ਤਾਣ, ਇਸ ਤਰ੍ਹਾਂ ਉਹ ਵੰਡ ਕਰਦੇ ਨੇ। ਬੰਦਾ ਤੇ ਮਹਾਮੂਰਖ ਇਹ ਕੱਖ ਨਹੀਂ ਸਮਝ ਉਹਨੂੰ, ਪਰ ਧਨਵਾਨ ਹੈ ਤਾਂ ਧਨ ਇੱਕ ਸ਼ਕਤੀ ਹੈ, ਇੱਕ ਤਾਕਤ ਹੈ ਬਾਹਰ ਦੀ। ਬਾਹਰ ਦੀ ਸਾਰੀ ਹਲਚਲ ਧਨ ਦੇ ਆਸਰੇ ਤੇ। तो धन एक ताण है, तो धनवान दे कोल माण होवेगा, कुदरती गल है। दूर क्यों जाओ। गुरु प्रताप सूरज दी बड़ी सोहनी कथा लिखी हुई है, कवि संतोख सिंह जी ने लिखी है। बहादुर शाह औरंगजेब का लड़का, बहादुर शाह जफर नहीं, वो आखिरी मुगल सम्राट होया। बहादुर शाह औरंगजेब का लड़का, इसने एक दिन अपने तखत दे उत्ते, हजूर साहब की गल है, नांदेड़ की गल है, गुरु गोबिंद सिंह जी महाराज ने बिठाया। लंबी चौड़ी कथा मैं बयान ना करा क्योंकि समय नूं देखना। पहले तो उसने नजराना रखिया महाराज दे अगों नगीना, जिहड़ा उसदे खजाने दे सब तो कीमती नगीना सी ते सब तो वड्डा सी। ते अंदरों ये सोचिया जिहड़ी मेरे कोल महान चीज़ है वह भेंट करा।
औरंगजेब नाल टकराव रहा। औरंगजेब का लड़का बहादुर शाह ने सुलह कर ली। उन्हें साफ कह दिता, गुरदेव मेरे पिता दीयां गलतियां की सज़ा मैनू ते ना दो, मैं थोड़ा मुरीद। उन्हें नगीना भेंट किया। पर चूंकि अंदर ये ख्याल से मैं सब तो वड्डी भेंट दे रहा, अज तक गुरु गोबिंद सिंह ने इस तरह की भेंट किसी ने नहीं दी होनी। महाराज ने नगीना चुक के गोदावरी सुट दिता। बड़ा अफसोस होया बहादुर शाह नूं। अंदर सोचदा, मैं तो समझिया सी ये गुरु नूं पता होना है नगीना है, इन्हों ने पत्थर जान के सुट दिता है। उस जमाने च उहदी लखां रुपए कीमत। हाथ जोड़ के कहने लगा, महाराज आपने जो गोदावरी सुट दिता है पत्थर नहीं है, नगीना है। अच्छा नगीना है, फिर इंज कर तू आप ही कट के लिया, ले लेने। तो आप ही कट के लिया। गोडे गोडे पानी सी ज्यों गया। कहने लगे दो हाथां नाल लब लब पेगा। जब थले इंज पत्थर सारे बाहर कढ़े तो सब नगीने ही नगीने। अखां खुल गईयां। आके मत्था टेकिया, जिहदी निगाहे करम हर पत्थर नूं नगीना बना दे सकदी है। मैं भी भुलेखे च पै गया कि मैं बहुत वड्डी भेंट दिती है, मैं बहुत वड्डी भेंटा कीती है, भुल मंगी। उस थां ते यादगारी स्थान भी बनया हुआ गुरुद्वारा नगीना घाट। बहादुर शाह ने धन गुरु गोबिंद सिंह जी महाराज नूं अपने सिंघासन ते बिठाया। बहुत वड्डा खैमा लग्या होया सी। तखत दे उत्ते सतगुरु नूं बिठाया, आप थल्ले बैठ गए दूजे छोटे सिंघासन ते। जिहड़ा वड्डा सिंघासन हुंदा उहनूं औरंग कहंदे ने, जिहड़ा छोटा हुंदा उहनूं मसनद कहंदे ने। ये मसनद है। मसनद का ही पंजाबी रूप बनया मसंद। वैसे शब्द है मसनद। गुरु अमरदास जी महाराज ने 22 मसनदां 22 मंजियां प्रचारकां नूं दित्तियां सन। उस दिन तो बाद गुरुद्वारियां च यह मसनद विछाई जाती है भी कथा कीर्तन जरा उच्ची जगह ते होवे। ये प्रथा चलाई सी गुरु अमरदास जी ने भी संगतां दिखाई देण ते कथा कीर्तन का सन्मान होवे। गल इन्नी है। 22 मंजियां 22 मसनद। वड्डा तखत उहनूं औरंग कहंदे ने, छोटा तखत उहनूं मसनद कहंदे ने। जैसे शाहजहां दे लड़के दा नाम ते मयूनदीन सी, पर जिस दिन उसकी ताजपोशी हुई, प्यो नूं जेल दे च पा के ते तिन्हां भरावां नूं मार के उन्हें जद अपनी ताजपोशी की ते अपना नाम रखिया औरंगजेब। औरंग कहंदे ने तखत नूं, जेब कहंदे ने शिंगार नूं। तखत दा शिंगार, तखत दी शोभा, तखत दी मान मर्यादा। शायर लोग, कवि लोग, साहित्यकार, दिमाग दे धनी और शहनशाह राजे महाराजे अक्सर अपना तखल्लुस रखते रहे ने। उन्होंने हिंदी च कहते हैं उपनाम। कोई उपमा खासियत ते फिर नाम, उन्होंने अरबी फारसी तखल्लुस कहते हैं। जैसे हुमायूं दा लड़का जलालुद्दीन सिंघासन ते बैठा है, उन्हें अपना तखल्लुस रखा अकबर। हुण अकबर दा तो मतलब है सब तो वड्डा, अल्लाहु अकबर, पर उन्हें अपना नाम रखा अकबर। अकबर दा लड़का शहजादा सलीम वड्डा होके जब तख्त नशीन होया, उसने अपना तखल्लुस रखा जहांगीर। सारा जहान मेरी मुट्ठी च, मेरी पकड़ दे, मेरी गिरफ्त दे। जहांगीर दा लड़का शहजादा खुरम जिस दिन तख्त नशीन होया, उन्हें अपना तखल्लुस रखा शाह जहां। शाह जहां निरा हिंदुस्तान दा शहनशाह नहीं, सारी दुनिया दा शाह जहां, सारे जहान दा बादशाह। शाहजहां दा लड़का मयूनदीन
ਤਿੰਨ ਭਰਾਵਾਂ ਨੂੰ ਮਾਰ ਕੇ ਪਿਓ ਨੂੰ ਕੈਦ ਕਰਕੇ ਜਦ ਸਿੰਘਾਸਣ ਤੇ ਬੈਠਾ ਹੈ, ਇਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ। ਤਖਤ ਦਾ ਸ਼ਿੰਗਾਰ, ਤਖਤ ਦੀ ਸ਼ੋਭਾ, ਤਖਤ ਦੀ ਮਾਣ ਮਰਿਆਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਜ਼ਫਰਨਾਮਾ ਲਿਖਿਆ ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ, ਔਰੰਗਜ਼ੇਬ ਨੂੰ ਜੋ ਲਿਖਿਆ, ਨ ਜ਼ੇਬਤ ਤੋਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬ ਨਵਾਇਦ ਫਰੇਬ, ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ ਜੋ ਤੂੰ ਰੱਖਿਆ। ਤੇਰਾ ਜੈਸਾ ਮਨੁੱਖ ਜਦ ਸਿੰਘਾਸਣ ਤੇ ਬੈਠਦਾ ਹੈ, ਸਿੰਘਾਸਣ ਬਦਨਾਮ ਹੋ ਜਾਂਦਾ ਹੈ, ਭ੍ਰਸ਼ਟ ਹੋ ਜਾਂਦਾ ਹੈ, ਮਹਿਲਾ ਹੋ ਜਾਂਦਾ ਹੈ। ਬੜੀ ਜੁਰਤ, ਬੜੀ ਹਿੰਮਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਇਹ ਜ਼ਫਰਨਾਮਾ ਉਹਨਾਂ ਦੀ ਆਪਣੀ ਬਾਣੀ ਹੈ। ਬਹਾਦਰ ਸ਼ਾਹ ਨੇ ਜਦ ਸਿੰਘਾਸਣ ਤੇ ਬਿਠਾਇਆ ਤੇ ਸੈਯਦ ਜੋ ਬਹਾਦਰ ਸ਼ਾਹ ਨੂੰ ਦੀਨੀ ਤਾਲੀਮ ਦਿੰਦਾ ਸੀ, ਉਹਨੂੰ ਚਿੜ ਬੜੀ ਹੋਈ ਵੀ ਮੈਨੂੰ ਨਹੀਂ ਕਦੀ ਬਿਠਾਇਆ, ਇਹ ਮਾਣ ਸਨਮਾਨ ਮੈਨੂੰ ਨਹੀਂ ਦਿੱਤਾ, ਜਦ ਕਿ ਮੈਂ ਉਸਤਾਦ ਹਾਂ, ਮੈਂ ਪੜ੍ਹਾਉਣ ਵਾਲਾ, ਮੈਂ ਇਸ ਨੂੰ ਇਲਮ ਪੜ੍ਹਾਇਆ, ਦੀਨੀ ਇਲਮ ਪੜ੍ਹਾਇਆ, ਸੰਸਾਰੀ ਇਲਮ ਪੜ੍ਹਾਇਆ, ਮੈਂ ਇਸ ਦਾ ਉਸਤਾਦ ਹਾਂ। ਇਹਨੇ ਇਸ ਤਰ੍ਹਾਂ ਦਾ ਮਾਣ ਮੈਨੂੰ ਨਹੀਂ ਦਿੱਤਾ ਕਦੀ। ਅੰਦਰ ਕ੍ਰੋਧ ਨਾਲ ਭਰ ਗਿਆ ਤੋ ਗੁੱਸਾ ਹੁਣ ਬਹਾਦਰ ਸ਼ਾਹ ਤੇ ਕੱਢ ਨਹੀਂ ਸਕਦਾ ਸੀ, ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਤੇ। ਕਹਿਣ ਲੱਗਾ, ਮਹਾਰਾਜ ਤੁਹਾਡੇ ਕੋਲ ਕਰਾਮਾਤ ਕਿਹੜੀ ਹੈ, ਕਲਾ ਕਿਹੜੀ ਹੈ? ਫਕੀਰ ਹੋ ਤੁਸੀਂ, ਵਲੀ ਅੱਲਾਹ ਹੋ, ਪੈਗੰਬਰ ਕਹਿਲਾਂਦੇ ਹੋ, 10ਵੇਂ ਗੁਰੂ ਨਾਨਕ ਕਹਿਲਾਂਦੇ ਹੋ, ਹੈ ਕੀ ਤੁਹਾਡੇ ਕੋਲ ਕੀ ਹੈ? ਭਾਵੇਂ ਬਹਾਦਰ ਸ਼ਾਹ ਮਹਿਸੂਸ ਕਰਦਾ ਸੀ ਵੀ ਇਹ ਸੈਯਦ ਗੁਸਤਾਖੀ ਕਰ ਰਿਹਾ, ਪਰ ਫਿਰ ਉਸਤਾਦ ਸੀ, ਬਹਾਦਰ ਸ਼ਾਹ ਚੁੱਪ ਕਰ ਗਿਆ। ਉਸਤਾਦ ਸੀ, ਬਹਾਦਰ ਸ਼ਾਹ ਉਸ ਕੋਲ ਪੜ੍ਹਦਾ ਸੀ। ਮਹਾਰਾਜ ਕਹਿਣ ਲੱਗੇ, ਸੈਯਦ ਤੋਂ ਕਰਾਮਾਤ ਦੇਖਣੀ ਹੈ? ਹਾਂ, ਕਰਾਮਾਤ ਦੇਖਣੀ। तो भाई साहब भाई संतोख सिंह ने गुरप्रताप सूरज ਦੀ ਜਿਸ ਦੀ ਕਥਾ ਭਾਰਤ ਦੇ तमाम ਇਤਿਹਾਸਕ ਸਥਾਨਾਂ 'ਚ ਹੁੰਦੀ ਹੈ, ਸ਼ਾਮ ਦੇ ਵਕਤ ਹੁੰਦੀ ਹੈ, ਇਤਿਹਾਸਕ ਗ੍ਰੰਥ ਹੈ। ਉਹਨੂੰ ਗੁਰਪ੍ਰਤਾਪ ਸੂਰਜ ਕਹਿੰਦੇ ਨੇ, ਛੋਟਾ ਨਾਮ ਸੂਰਜ ਪ੍ਰਕਾਸ਼। ਸਤਿਗੁਰੂ ਕਹਿੰਦੇ ਨੇ, ਮਾਰੇ ਬਖਸ਼ੇ ਦੇਰ ਬਿਹੀਨਾ, ਤਿਸ ਮੁਖ ਮੇ ਲਖ ਅਸਮਦ ਪੀਨਾ। ਦਿਨ ਰਾਤ ਤੂੰ ਬਹਾਦਰ ਸ਼ਾਹ ਕੋਲ ਰਹਿੰਦਾ ਤੇ ਤੈਨੂੰ ਕਰਾਮਾਤ ਦਾ ਪਤਾ ਨਹੀਂ। ਕਰਾਮਾਤ ਉਹਦੇ ਮੂੰਹ 'ਚ ਵਸਦੀ ਹੈ, ਉਹਦੀ ਜ਼ਬਾਨ 'ਚੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ। ਇੱਕ ਮਨੁੱਖ ਹਜ਼ਾਰਾਂ ਦਫਾ ਬੋਲਦਾ ਹੈ, ਕੋਈ ਇੱਕ ਵੀ ਮੰਨਣ ਨੂੰ ਤਿਆਰ ਨਹੀਂ। ਤੇ ਇੱਕ ਮਨੁੱਖ ਦੀ ਜ਼ਬਾਨ ਤੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ। ਕਰਾਮਾਤ ਨਹੀਂ ਤੇ ਹੋਰ ਕੀ ਹੈ? ਇਹਨੂੰ ਕਰਾਮਾਤ ਕਹਿੰਦੇ। ਹੋਰ ਕੀ ਕਰਾਮਾਤ ਹੈ? उस्ताद ज़ौक़ कहते हैं, किसी के एक आंसू पर हजारों दिल तड़पते हैं, किसी का उम्र भर रोना यूं ही बेकार जाता है। एक अंजू निकले है, हजारां दिल रो उठे। कोई सारी जिंदगी रोंदा रहा है, किसी ने पूछया भी नहीं क्यों रो रहे हैं, ये तेरे हंजू क्यों निकले। ਸਾਹਿਬ ਕਹਿੰਦੇ ਨੇ, ਕਰਾਮਾਤ ਦੇਖ, ਬਹਾਦਰ ਸ਼ਾਹ ਦੀ ਜ਼ਬਾਨ ਦੇ 'ਚ ਵਸਦੀ ਹੈ। ਇੱਕ ਬੋਲ ਬੋਲਦਾ ਹੈ, ਸੈਂਕੜੇ ਬੰਦੇ ਨੱਸ ਪੈਂਦੇ ਨੇ, ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ। ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ? ਸੈਯਦ ਮੁਸਕਰਾ ਕੇ ਕਹਿਣ ਲੱਗਾ, ਮਹਾਰਾਜ ਇਹ ਕਰਾਮਾਤ ਤੇ ਫਿਰ ਬਹਾਦਰ ਸ਼ਾਹ ਦੀ ਹੋਈ ਨਾ, ਤੁਹਾਡੇ ਕੋਲ ਕੀ ਹੈ? ਮੈਂ ਇਹ ਪੁੱਛ ਰਿਹਾ, ਤੁਹਾਡੇ ਕੋਲ ਕੀ ਹੈ? ਤੁਸੀਂ ਵਲੀ ਅੱਲਾ, ਤੁਸੀਂ ਪੈਗੰਬਰ, ਤੁਸੀਂ 10ਵੇਂ ਗੁਰੂ ਨਾਨਕ, ਤੁਹਾਡੇ ਕੋਲ ਕੀ ਹੈ? ਮਹਾਰਾਜ ਨੇ ਜੇਬ 'ਚੋਂ ਸੋਨੇ ਦੀ ਮੋਹਰ ਕੱਢੀ ਤੇ ਮੁਗਲ ਸ਼ਹਿਨਸ਼ਾਹਾਂ ਨੇ ਭਾਰਤ ਦੇ 'ਚ ਉਸ ਜ਼ਮਾਨੇ 'ਚ ਰੁਪਏ ਦਾ ਨਾਮ ਬਦਲ ਕੇ ਦਿਨਾਰ ਰੱਖਿਆ ਹੋਇਆ ਸੀ, ਜਿਵੇਂ ਇੱਥੇ ਸਾਹਿਬਾਂ ਨੇ ਉਹ ਮੋਹਰ ਕੱਢੀ ਤੇ ਮੁਖਾਤਬ ਹੋ ਕੇ ਕਿਹਾ, ਪਿਖ ਦਿਨਾਰ ਜੋ ਹਾਥ ਹਮਾਰੇ, ਇਹੋ ਅਜ਼ਮਤ ਲਿਓ ਦੁਤੀ ਵਿਚਾਰੇ।
है अजमत है, करामात है। संसार दी सारी भज दौड़ दा कारण धन, संसार दी सारी हलचल दा कारण धन, और संसार दे च एक नंबर दी शक्ति धन। ये करामात है। ਇਹਦੇ ਨਾਲ ਚਾਹੋ ਕੁਛ ਵੀ ਕਰ ਲੋ ਜਗਤ ਵਿੱਚ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅੱਗੋਂ, ਹੁਣ ਸੈयद ਨੇ ਕਿਹਾ, ਸੁਨ ਸੈयद ਬੋਲਿਓ ਤਜ ਮੌਨ, ਤੁਮ ਮੇ ਕਰਾਮਾਤ ਹੈ ਕੌਣ। ਇਹ ਕਰਾਮਾਤ ਪੈਸੇ ਦੀ ਹੋ ਗਈ, ਉਹ ਕਰਾਮਾਤ ਬਹਾਦਰ ਸ਼ਾਹ ਦੀ ਹੋ ਗਈ, ਤੁਹਾਡੇ ਵਿੱਚ ਕੀ ਹੈ? ਬਾਜ਼ ਨਹੀਂ ਆਇਆ, ਸਵਾਲ ਤੇ ਸਵਾਲ ਕਰੀ ਗਿਆ, ਤੁਹਾਡੇ ਵਿੱਚ ਕੀ ਹੈ, ਤੁਸੀਂ ਕੀ ਰੱਖਦੇ ਹੋ? महाराज कहने लगे, फिर तू साड़ी करामात देखनी है? हाँ देखनी है। फिर इनकार ना करें, जब असी दिखाण लगी है ना, फिर जबान नाल कहीं हाँ दिखा। महाराज मैं इनकार क्यों करांगा, मैं तो बार बार कहता पाया तुसी अपनी कोई करामात दिखाओ। सुन सैयद बोलियो तज मौन, तुम में करामात है कौन। सुन सतगुर शमशीर निकासी, सब में छठा समान प्रकाशी। महाराज ने मयान चो तलवार कढ़ लई, ते तलवार इंज चमकी जिवें बदलां दे बिजली। सुन सतगुर शमशीर निकासी, सब में छठा समान प्रकाशी। तत छिन बदन पीत होए गए, लोचन समुख न करते बह। सारियां दे चेहरे पीले पै गए, की हो गया? बहादुर शाह भी सिर ढा के बैठ गया, एक ही हो गया। हुण सतगुर सैयद नूं मुखातब होके कहंदे ने, तेज दीपत सिद्धि मुख ते कहें, ए भी करामात एक है। ऐ करामात है मेरे को शस्त्र। हुण तू बोल करामात दिखाओ, ते मैं तेनों इसकी करामात दिखावां। कंबनी छिड़ गई, उन्होंने हाथ जोड़ लगन, नहीं महाराज मैं तो जी वार्तालाप कर रहा सी, आप दे नाल बचन बिलास कर रहे। नहीं बचन बिलास की गल नहीं, हुण तू बोल करामात दिखाओ, मैं दिखावा। वो बार बार हाथ जोड़ी जाए। सतगुरु बहादुर शाह नूं कहंदे ने, इस तरह के फोके नाटक चेटक इस नाल ठंडे पै जांदे ने। की करामात? रिद सिद्ध सब मोह है, नाम न वसे मनाए। नाटक चेटक किए कुकाजा, प्रबलो गन के आवत लाजा। तो मैं अर्ज करा, चाणक ने, भरतरी ने, बिदर ने ताण दा जिक्र कीता है। माण उत्थे हुंदा जिथे ताण होवे, ये दोवें इकट्ठे रहिंदे ने। माण ते ताण दा चोली दामन दा साथ है। ताण नहीं ते माण किहड़ी गल दा? तो चाणक कहंदा संसार दे पहला ताण धन। मूड़ तो मूड़ बंदा होवे, वैसे जिसकी बहुत बिजी लाइफ है, वो धन बारे बहुत जानदा होवेगा, जीवन बारे कख भी नहीं, परमात्मा बारे कुछ भी नहीं। किसी एक पहलू दे जद कोई मनुख बहुत अगे लंघ जाता है, हज़ारां पहलुआं च पछड़ जाता है। रब्बी नहीं हमें, चोटी दा संगीतकार, चोटी दा कवि नहीं आउंदा। चोटी दा कवि, चोटी दा संगीतकार नहीं आउंदा है, और चोटी दा संगीतकार कोई चित्रकार नहीं आउंदा। चोटी दा चित्रकार कोई कवि नहीं आउंदा। किसी एक पहलू दे जद कोई बहुत अगे लंघ जाए, हज़ारां पहलुआं दे पछड़ जाता है। इस वास्ते चोटी दा धनवान कोई रब्बी गुणवान नहीं आउंदा, नहीं आउंदा। ये तो कदी कदाई कोई जनक जैसा, महाराजे रणजीत सिंह जैसा, वरना गुणवान नहीं आउंदा। गुणां नूं ग्रहण करन वास्ते, समझण वास्ते वक्त चाहिए, उहदे कोल वक्त नहीं है, लाइफ बड़ी बिजी। मैनूं मिलदे ने भारत दे च कई, कहंदे ने मस्कीन जी तुसीं कहंदे हो 5 बाणियां दा नितनेम करिए, साडे कोल रोटी खाण दी वेल कोई नहीं, घंटा बाणी पढ़ीए। ते मैं उन्हां नूं कहंदा हुंदा, सारी भज दौड़ ते रोटी वास्ते, ते रोटी खाण दी तुहाडे कोल वेल कोई नहीं। भी तुसीं कहंदे हो 2 टाइम गुरुद्वारे आओ, साडे कोल ते आराम दी भी वेल नहीं। हुण कौन दसे सारी भज दौड़ ते आराम वास्ते? ते आराम दा समा नहीं।
ਕਈ ਇਸ ਤਰ੍ਹਾਂ ਵੀ ਕਹਿ ਦਿੰਦੇ ਨੇ, ਮਸਕੀਨ ਜੀ ਸਾਡੇ ਕੋਲ ਤੇ ਮਰਨ ਦੀ ਵੀ ਵੇਲ ਕੋਈ ਨਹੀਂ, ਕਥਾ ਕੀਰਤਨ ਕਿੱਥੇ ਸੁਣੀਏ। ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਚਿੰਤਾ ਨਾ ਕਰੋ, ਮੌਤ ਆਪਣੀ ਵੇਲ ਕੱਢ ਲਏਗੀ, ਤੂੰ ਦੇਖਦਾ ਹੀ ਰਹਿ ਜਾਏਗਾ। ਕਹਤੀ ਗਈ ਦੇਖ ਵਾਜੇ ਵਜਾਏ, ਵਹੀ ਇੱਕ ਰਹਿਸੀ ਜੋ ਸਾਚਾ ਖੁਦਾ ਹੈ। ਕਿਸੇ ਇੱਕ ਪਹਿਲੂ ਦੇ ਚ ਬਹੁਤ ਅੱਗੇ ਲੰਘਣ ਨਾਲੋਂ ਮਨੁੱਖ ਹਜ਼ਾਰਾਂ ਪਹਿਲੂਆਂ ਦੇ ਚ ਪਛੜ ਜਾਂਦਾ ਹੈ। ਜੇ ਕਬੀਰ ਜੈਸੇ, ਨਾਮਦੇਵ ਜੈਸੇ ਜਾਂ ਇਸ ਤਰ੍ਹਾਂ ਦੇ ਹਜ਼ਾਰਾਂ ਭਗਤ ਉਹ ਧਨ ਦੀ ਦੁਨੀਆ ਦੇ ਚ ਪਛੜ ਗਏ ਤਾਂ ਮੈਂ ਇਸ ਵਾਸਤੇ ਸਾਰਾ ਸਮਾਂ ਤੇ ਧਰਮ ਦੇ ਚ ਖਰਚ ਕਰ ਦਿੱਤਾ, ਉਸ ਦੇ ਚੋਂ ਬਹੁਤ ਅੱਗੇ ਲੰਘ ਗਏ, ਪ੍ਰਮਾਤਮਾ ਤੱਕ ਪਹੁੰਚ ਗਏ। ਕਿਸੇ ਵੀ ਇੱਕ ਪਹਿਲੂ ਦੇ ਚ ਬਹੁਤ ਅੱਗੇ ਲੰਘਣ ਨਾਲੋਂ ਮਨੁੱਖ ਹਜ਼ਾਰਾਂ ਪਹਿਲੂਆਂ ਚੋਂ ਪਛੜ ਜਾਂਦਾ ਹੈ। ਇਹ ਵੀ ਮੈਂ ਅਰਜ਼ ਕਰਦੇ, ਰੱਬੀ ਨਹੀਂ ਹਾਂ ਮੈਂ, ਐਸਾ ਨਹੀਂ ਹੈ ਮੈਂ। ਚਾਣਕ ਲਿਖਦਾ ਹੈ, ਧਨ ਇੱਕ ਤਾਣ ਹੈ, ਮਾਣ ਹੋਵੇਗਾ। ਇਸ ਤੋਂ ਬਾਅਦ ਸਰੀਰਕ ਤਾਣ ਬੜੇ ਬੜੇ ਪਹਿਲਵਾਨਾਂ ਕੋਲ ਆਉਂਦਾ ਹੈ। ਆਪ ਸੁਣ ਕੇ ਹੈਰਾਨ ਹੋਵੋਗੇ, ਭਾਰਤ ਦੇ ਸਭ ਤੋਂ ਵੱਡੇ ਪਹਿਲਵਾਨ ਨੂੰ ਭਾਰਤ ਕੇਸਰੀ ਦਾ ਲਕਬ ਦਿੰਦੇ ਨੇ। ਭਾਰਤ ਕੇਸਰੀ, ਪਿਛਲੇ ਦਿਨੀ ਤੇ ਹਰਿਆਣੇ ਦਾ ਕੋਈ ਸੀ, ਉਹਨੂੰ ਇਹ ਲਕਬ ਮਿਲਿਆ ਸੀ, ਭਾਰਤ ਕੇਸਰੀ। ਕਿਸੇ ਵਕਤ ਦਾਰਾ ਸਿੰਘ ਵੀ ਸੀ ਭਾਰਤ ਕੇਸਰੀ। ਉਹਨਾਂ ਦੇ ਜਲੂਸ ਵੀ ਨਿਕਲਦੇ, ਉਹਨਾਂ ਦੇ ਚੇਲੇ ਚਾਂਟੇ ਵੀ ਆਉਂਦੇ ਨੇ, ਉਹਨਾਂ ਨੂੰ ਗੌਰਮੈਂਟ ਪੱਧਰ ਤੇ ਸਨਮਾਨਿਤ ਵੀ ਕੀਤਾ ਜਾਂਦਾ। ਬੜੀ ਗੱਲ ਹੈ ਕਿ ਉਹਨਾਂ ਕੋਲ ਸਰੀਰਕ ਬਲ, 10 ਬੰਦਿਆਂ ਨੂੰ ਕਾਬੂ ਕਰ ਲੈਣ, ਇਤਨੀ ਸ਼ਕਤੀ, ਇਤਨੀ ਤਾਕਤ। ਤਾਣ ਤਾਕਤ ਨੂੰ ਕਹਿੰਦੇ ਨੇ। ਜਿੱਥੇ ਤਾਣ ਹੋਵੇਗਾ ਮਾਣ ਹੋਵੇਗਾ, ਤਾਂ ਪਹਿਲਵਾਨਾਂ ਦਾ ਵੀ ਮਾਣ ਹੁੰਦਾ ਹੈ, ਬਕਾਇਦਾ ਹੁੰਦਾ ਹੈ। ਤੀਸਰਾ ਤਾਣ ਬੌਧਿਕ ਤਾਣ, ਦਾਰਸ਼ਨਿਕ ਹੈ, ਫਿਲਾਸਫਰ ਹੈ, ਕਵੀ ਹੈ, ਕਲਮ ਦਾ ਧਨੀ ਹੈ, ਦਿਮਾਗ ਦਾ ਧਨੀ ਹੈ। ਤਾਣ ਹੈ, ਮਾਣ ਤੇ ਹੋਵੇਗਾ। ਅਕਬਰ ਨੇ ਆਪਣੇ ਦਰਬਾਰ ਦੇ ਵਿੱਚ ਬੀਰਬਲ ਨੂੰ, ਮੁੱਲਾ ਦੋ ਪਿਆਜ਼ਾਂ ਨੂੰ, ਜਨਾਬ ਫੈਜ਼ੀ ਨੂੰ, ਕਵੀ ਰਹੀਮ ਨੂੰ, ਤਾਨਸੈਨ ਨੂੰ ਰੱਖਿਆ ਸੀ। ਇਹ ਬੜੇ ਦਿਮਾਗ ਦੇ ਧਨੀ। ਅਕਬਰ ਖੁਦ ਸਲਾਮ ਕਰਦਾ ਸੀ ਉਹਨਾਂ ਨੂੰ ਝੁਕ ਕੇ, ਕਹਿੰਦਾ ਸੀ ਮੇਰੇ ਦਰਬਾਰ ਦੇ ਕੀਮਤੀ ਰਤਨ ਨੇ, ਇਹਨਾਂ ਤੋਂ ਬਿਨਾਂ ਮੇਰਾ ਦਰਬਾਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਉਹਨਾਂ ਸਾਰਿਆਂ ਦਾ ਆਪਣੇ ਵਕਤ ਦੇ ਵਿੱਚ ਬੜਾ ਮਾਣ ਸਨਮਾਨ ਸੀ। ਕਿਉਂ? ਤਾਣ ਸੀ, ਅਕਲ ਦੇ ਧਨੀ ਸਨ, ਬੌਧਿਕ ਬਲ ਸੀ ਉਹਨਾਂ ਕੋਲ, ਦਿਮਾਗੀ ਤਾਣ ਸੀ। ਚੌਥਾ ਤਾਣ ਮੰਨਦੇ ਨੇ ਰਾਜਨੈਤਿਕ ਤਾਣ। ਕੋਈ ਕੁਰਸੀ ਹੈ ਉਹਦੇ ਕੋਲ, ਹੁਕਮਰਾਨ ਹੈ, ਤਾਂ ਸਲਾਮਾਂ ਤੇ ਹੋਣਗੇ, ਸਜਦੇ ਤੇ ਹੋਣਗੇ, ਪਰਿਕਰਮਾ ਤੇ ਹੋਵੇਗੀ। ਹੁਣ ਮੈਂ ਅਰਜ਼ ਕਰਾਂ, ਜਿਸ ਨੂੰ ਕਹਿੰਦੇ ਨੇ ਧਨ ਦਾ ਤਾਣ, ਇਹ ਗੁਰੂ ਅਰਜਨ ਦੇਵ ਜੀ ਕੋਲ ਨਹੀਂ ਸੀ। ਹਾਲਾਤ ਇੱਕ ਦਫਾ ਐਸੇ ਹੋ ਗਏ ਸਨ, ਜਦ ਸਰੋਵਰ ਦੀ ਖੁਦਾਈ ਚੱਲ ਰਹੀ ਸੀ ਨਾ, ਤੇ ਮਜ਼ਦੂਰਾਂ ਨੂੰ ਵੀ ਪੈਸੇ ਦੇਣ ਵਾਸਤੇ ਪੈਸੇ ਨਹੀਂ ਸਨ। ਇਤਿਹਾਸ ਕਹਿੰਦਾ ਹੈ। ਸ਼ਾਮੀ ਸਤਿਗੁਰ ਸੋਚਦੇ 'ਚ ਬੈਠੇ, ਮਜ਼ਦੂਰ ਬੜੇ ਨੇ ਤੇ ਸਾਰਿਆਂ ਨੂੰ ਦੇਣੇ ਨੇ, ਤੇ ਥੈਲੀ ਵਿੱਚ ਦਮੜੇ ਘੱਟ ਨੇ। ਰੱਬੀ ਨੇਤ ਭਾਈ ਸੋਮਾ ਜੀ ਆ ਗਏ ਤੇ ਸਤਿਗੁਰਾਂ ਦੀ ਥੈਲੀ ਨੂੰ ਇੱਕ ਪਾਸੇ ਕਰਕੇ ਆਪਣੀ ਥੈਲੀ ਰੱਖੀ। ਮਹਾਰਾਜ, ਅੱਜ ਮਜ਼ਦੂਰਾਂ ਨੂੰ ਇਸ ਥੈਲੀ 'ਚੋਂ ਦਿਓ। ਤੇ ਸਤਿਗੁਰਾਂ ਦੀ ਜ਼ਬਾਨ 'ਚੋਂ ਨਿਕਲਿਆ, ਤੂੰ ਤੇ ਸਾਡਾ ਸ਼ਾਹ ਹੈ। ਉਸ ਦਿਨ ਤੋਂ ਗੁਰੂ ਘਰ ਦੇ 'ਚ ਇੱਕ ਬਿਰਾਦਰੀ ਚੱਲੀ ਹੈ, ਜਿਨ੍ਹਾਂ ਨੂੰ ਸ਼ਾਹ ਸਾਹਿਬ ਕਰਕੇ ਕਹਿੰਦੇ ਨੇ। ਸੋਮੇ ਸ਼ਾਹ ਤੋਂ ਚੱਲੀ ਹੈ, ਔਰ ਇਹ ਕਾਫੀ ਤਾਦਾਦ ਦੇ 'ਚ ਹਰਿਆਣੇ 'ਚ ਇਹਨਾਂ ਦੇ ਡੇਰੇ ਵੀ ਨੇ, ਦਿੱਲੀ ਦੇ 'ਚ ਵੀ ਹੈ। ਹਰਬੰਸ ਸ਼ਾਹ ਸਿੰਘ ਦਾ ਡੇਰਾ, ਡੇਰਾ ਸਮੇਲ ਖਾਨ ਕਲੋਨੀ 'ਚ। ਇਸ ਤੋਂ ਇਲਾਵਾ ਹੋਰ ਕਈ ਡੇਰੇ ਨੇ, ਜੀਂਦ ਦੇ 'ਚ ਜੀਵਨ ਸ਼ਾਹ ਸਿੰਘ ਦਾ ਡੇਰਾ, ਰੁੜਕੀ ਡੇਰਾ ਦੋਨ, ਅਲਵਰ ਦੇ 'ਚ ਸੁਖਦੇਵ ਸ਼ਾਹ ਦਾ ਡੇਰਾ। ਇਹ ਸੋਮੇ ਸ਼ਾਹ ਦੀ ਅੰਸ਼ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਸੁਤੇ ਸਿੱਧਕ, ਤੂੰ ਤੇ ਸਾਡਾ ਸ਼ਾਹ ਹੈ। ਤੋ ਭਾਈ ਸੋਮੇ ਦਾ ਨਾਮ ਪੈ ਗਿਆ ਸੀ ਸੋਮਾ ਸ਼ਾਹ। ਬਾਦਸ਼ਾਹ ਇਹਨਾਂ ਦੀ ਅਲ ਬਣ ਗਈ, ਜ਼ਾਤ ਬਣ ਗਈ, ਗੋਤ ਬਣ ਗਏ। ਧਨ ਦਾ ਤਾਣ ਮਹਾਰਾਜ ਕੋਲ ਨਹੀਂ ਹੈ। ਦੂਸਰਾ ਤਾਣ ਹੁੰਦਾ ਹੈ ਧਨ ਦਾ ਤਾਣ,
तो महाराज का शरीर भी आम साधारण शरीरां वर्गा सी, कोई पहलवान नहीं सन। ये भी मैं अर्ज करते हैं। तीसरा ताण आउंदा है राजनैतिक। तो महाराज कोई जागीरदार नहीं, कोई हुक्मरान नहीं है, किसी जगीर दे मालिक नहीं ने, किसी मुल्क दे हुक्मरान नहीं ने। लेकिन हैरानगी सी उस वक्त दे हुक्मरानां नूं। सारा जगत झुकदा है, हिंदू झुकदे ने, मुस्लिम झुकदे ने, मियाँ मीर जैसा मत्था टेकदा है, जमाल हुसैन सजदा करदा है, ब्राह्मण मत्था टेकदे ने, हिंदू परिक्रमा करदे ने, मुसलमान परिक्रमा करदे ने। है कि इस फकीर कोल है कि इस तरह का पुछना वक़्त दे हुक्मरानां दा नफरत करके भी हुंदा सी। बई इतने सजदे हो रहे हैं, हिंदू झुकते पे ने, मुस्लिम झुकते पे ने, ब्राह्मण झुक रहे हैं, खत्री झुक रहे हैं, शूदर झुक रहे हैं, वैश्य झुक रहे हैं, धनवान झुक रहे हैं, गुणवान झुक रहे हैं, बड़े बड़े हुक्मरान भी सजदा करते पे ने, जागीरदार मत्था पे टेकदे। है कि ये धन गुरु अर्जन देव जी महाराज ने अपनी बाणी च आप दस्या, ताण माण दी बाण साचा नानक की प्रभ टेक। जो प्रभु है, प्रभु का नाम है, बस साडे कोल ही है, और कुछ नहीं। ताण है, ताण सच दा ताण है, साडे कोल परमात्मा दा ताण है। ताण माण दी बाण साचा नानक की प्रभ टेक। गुरु अर्जन देव जी महाराज कहते हैं, हे प्रभु तू अपने नाम दा ही ताण सानू दे, बाकी नहीं। माण मांगो ताण मांगो, धन लक्ष्मी सुत दे। और जेदे कोल रब्बी ताण होवे, जिंदगी च कदी निमाणा नहीं होंदा, कदी नहीं होंदा। जिहड़ा शुरू दे च परमात्मा दा आसरा पकड़ लवे, जिंदगी च कदी बेआसरा भी नहीं होंदा। ये भी मैं अर्ज करते हैं। बाकी आसरे मनुख पकड़ते ने, कई दफा आसरे नहीं रहिंदे। सबो बजे आसरा चूके सब असरा। ये उत्ते मैं दलील देना हुंदा, मनुख नूं कोई असाध रोग हो जाए, असाध, तो डॉक्टर जवाब दे जाए, आखे हुण साडे वस दी गल नहीं, तुसीं कोई होर तरीका लभो। फिर वो आयुर्वेद का आसरा पकड़ता है। चलो हुण वैदां कोल जाइए, डॉक्टरां कोल ते कुछ नहीं होया। ते आयुर्वेद आचार्य भी कह देन हुण साडे वस दी गल नहीं है। फिर मनुख होम्योपैथी इस ढंग का जो है सहारा पकड़ेगा, उस तो भी गल ना बनी, फिर नेचरपैथी। चलो ये नाल मता ठीक हो जाइए, पर नेचरपैथी नाल भी ठीक ना होया, होम्योपैथी भी ठीक ना कर सकी, एलोपैथी भी ठीक ना कर सकी। ते आयुर्वेद आचार्य भी निराश होकर कहने लगे, नहीं साडे वस दी गल नहीं। फिर मनुख परमात्मा का आसरा पकड़ता है, और सारे कहते हुण तू रब दा ही आसरा पकड़, हुण ईश्वर दा। ईश्वर दे आसरे नूं मनुख अखीर दे च रखदा है। जद सारे आसरे टुट जान, सबो भजे आसरा चूके सब असरा। पर सतगुरां दी बाणी कहंदी है, जो पहले आसरा परमात्मा दा पकड़ लैंदा, जिंदगी च कदी बेआसरा नहीं होंदा ही नहीं। सदा आसरा उसका बनता रहता। ते जिहदे कोल रब्बी ताण है, वह कदी निमाणा भी नहीं आउंदा। ताण माण दी बाण साचा नानक की प्रभ टेक। इसे ही ताण दा सदका ज सारी दुनिया च धन गुरु अर्जन देव जी महाराज दा शहादत दिहाड़ा मनाया जा रहा है। भारत दे तरह तरह दीयां छबीलां अज शरबत वंडे जाणगे, रेलवे स्टेशनां ते लोकी वंडदे ने, मुसाफरां नूं पिलांदे ने, सजदे होंदे ने, बाणी दा गायन, इतिहास दा बखान। पर जिस सता दे राही इस सतवादी शहीद होया, शायद ओदी मज़ार ते कोई दीवा जलाने वाला भी नहीं।
ताण मान दी बाण साचा, नानक की प्रभ टेक। तो गुरु अर्जन देव जी का मूल सिद्धांत, ताण पकड़ो प्रभु दे नाम दा, कदी निमाणे नहीं होवोगे। आसरा पकड़ो प्रभु दा, कदी बेआसरे नहीं होवोगे। इतनियां विचारां प्रवान करनियां, चूंकि भाई अर्जन सिंह ने दसिया सारिਆਂ ने काम कार ते जाना है, तो वक्त सिर समाप्ति कर दईए। तो 6:15 हो गए, मैं थानू लेट ना करा। रात के समय जिमें गुरु बाबे ने बख्शिश की थी, थोड़े चरण परसांगे जो शाम का समा रखा गया, ਉਹਦੇ धन गुरु अर्जन देव जी महाराज बारे शाम के समय कुछ विचारां आप जी के सामने रखांगे। इत्थे ही समाप्ति। सारिਆਂ ਦਾ धन्यवाद। वाहिगुरू जी का खालसा, वाहिगुरू जी की फतेह।